ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਵੀਕਲੀ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ, ਜਿੱਥੇ ਗੱਲਬਾਤ ਉਹਨਾਂ ਖਬਰਾਂ ਦੀ ਕਰਾਂਗੇ ਜਿਹੜੀਆਂ ਕੈਨੇਡਾ ਵਿੱਚ ਹਫ਼ਤਾ ਭਰ ਖਾਸ ਰਹੀਆਂ। ਨਜ਼ਰ ਮਾਰਦੇ ਹਾਂ ਸਭ ਤੋਂ ਪਹਿਲਾਂ ਹੈਡਲਾਈਨਸ ਤੇ। ਕੈਨੇਡਾ ਨੇ 5 ਲੱਖ ਇਮੀਗ੍ਰੈਂਟਸ ਵਾਸਤੇ ਖੋਲ੍ਹੇ ਰਾਹ। ਇਮੀਗ੍ਰੇਸ਼ਨ ਬਾਰੇ ਹੁਣ ਤੱਕ ਦਾ ਵੱਡਾ ਐਲਾਨ। ਇਮੀਗ੍ਰੇਸ਼ਨ ਦੇ ਐਲਾਨ ਤੋਂ ਕੌਣ ਨਾਖੁਸ਼? ਕਿਊਬੈਕ ਨੇ ਕੀਤੇ ਹੱਥ ਖੜੇ। ਘਰਾਂ ਦੀ ਸੇਲ ਫਿਰ ਹੋਈ ਘੱਟ, 46% ਦੀ ਆਈ ਕਮੀ। ਕੈਨੇਡਾ ਵਾਲੇ ਮੰਗ ਰਹੇ ਇਮੀਗ੍ਰੇਸ਼ਨ ਵਿੱਚ ਵਾਧਾ, ਇਸ ਤਰ੍ਹਾਂ ਵੱਧ ਹੋਵੇਗੀ ਆਬਾਦੀ। ਇਮੀਗ੍ਰੇਸ਼ਨ ਦੇ ਨਾਲ ਜੁੜਿਆ ਹੋਇਆ ਇੱਕ ਵੱਡਾ ਐਲਾਨ ਇਸ ਹਫ਼ਤੇ ਕੀਤਾ ਗਿਆ, ਜਿੱਥੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਦੱਸਿਆ ਗਿਆ ਕਿ 1 ਸਾਲ ਦੇ ਅੰਦਰ 5 ਲੱਖ ਪ੍ਰਵਾਸੀਆਂ ਨੂੰ ਕੈਨੇਡਾ ਵਿੱਚ ਪੱਕਾ ਕੀਤਾ ਜਾਵੇਗਾ। ਇਮੀਗ੍ਰੇਸ਼ਨ ਲੈਵਲਸ ਪਲਾਨ ਸਾਂਝਾ ਕੀਤਾ ਗਿਆ, ਜਿਸ ਦੀ ਸਾਰੀ ਡਿਟੇਲ ਦੱਸੀ ਗਈ। ਇਹ ਵੀ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕਿਸ ਕੋਟੇ ਤਹਿਤ ਕਿੰਨੇ ਲੋਕਾਂ ਨੂੰ ਮੌਕਾ ਦਿੱਤਾ ਜਾਵੇਗਾ। ਕੈਨੇਡਾ ਦੀ ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਇਮੀਗ੍ਰੇਸ਼ਨ ਲੈਵਲਸ ਪਲਾਨ ਦਾ ਐਲਾਨ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ 1 ਸਾਲ ਦੇ ਵਿੱਚ ਕਿੰਨੇ ਨਵੇਂ ਇਮੀਗ੍ਰੈਂਟਸ ਦਾ ਸਵਾਗਤ ਕੀਤਾ ਜਾਵੇਗਾ। ਜੀ ਹਾਂ, ਇਸ ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਜੋ ਵੱਡੀ ਅਪਡੇਟ ਸਾਹਮਣੇ ਆਈ ਹੈ, ਉਸ ਮੁਤਾਬਕ ਸਾਲ 2025 ਦੇ ਵਿੱਚ 5 ਲੱਖ ਨਵੇਂ ਇਮੀਗ੍ਰੈਂਟਸ ਦਾ ਕੈਨੇਡਾ ਵੱਲੋਂ ਸਵਾਗਤ ਕੀਤਾ ਜਾਵੇਗਾ। ਹੁਣ ਕੈਨੇਡਾ ਵੱਲੋਂ ਹਾਲ ਹੀ ਦੇ ਵਿੱਚ ਇਮੀਗ੍ਰੇਸ਼ਨ ਲੈਵਲਸ ਪਲਾਨ ਸਾਲ 2023 ਤੋਂ ਸਾਲ 2025 ਸਾਂਝਾ ਕੀਤਾ ਗਿਆ, ਜਿੱਥੇ ਟੀਚਾ ਰੱਖਿਆ ਗਿਆ ਹੈ ਕਿ ਸਾਲ 2023 ਦੌਰਾਨ 4,65,000 ਨਵੇਂ ਇਮੀਗ੍ਰੈਂਟਸ ਕੈਨੇਡਾ ਆਉਣਗੇ। ਇਸ ਤੋਂ ਬਾਅਦ ਸਾਲ 2024 ਵਾਸਤੇ ਇਹ ਟਾਰਗੇਟ 4,85,000 ਦਾ ਤੇ ਸਾਲ 2025 ਦੇ ਵਿੱਚ ਇਹ ਟੀਚਾ 5 ਲੱਖ ਦਾ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਇਸ ਤਾਜ਼ਾ ਐਲਾਨ ਤੋਂ ਬਾਅਦ ਕੈਨੇਡਾ ਵੱਲੋਂ ਇਮੀਗ੍ਰੇਸ਼ਨ ਦੇ ਸਾਰੇ ਰਿਕਾਰਡ ਤੋੜ ਦਿੱਤੇ ਗਏ, ਜਿੱਥੇ ਹੁਣ 5 ਲੱਖ ਇਮੀਗ੍ਰੈਂਟਸ ਦਾ ਸਵਾਗਤ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸਾਲ 2021 ਦੌਰਾਨ 4 ਲੱਖ ਤੋਂ ਵੱਧ ਇਮੀਗ੍ਰੈਂਟਸ ਦਾ ਸਵਾਗਤ ਕੀਤਾ ਗਿਆ ਤੇ ਇਸ ਸਾਲ 4,32,000 ਦਾ ਟਾਰਗੇਟ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਅਪਡੇਟ ਇਹ ਵੀ ਸਾਹਮਣੇ ਆ ਰਹੀ ਹੈ ਕਿ ਐਕਸਪ੍ਰੈਸ ਐਂਟਰੀ ਅਤੇ ਪੀਐਨਪੀ ਟਾਰਗੇਟਸ ਨੂੰ ਵੀ ਪਹਿਲਾਂ ਦੇ ਮੁਕਾਬਲੇ ਵਧਾਇਆ ਜਾਵੇਗਾ। ਵਿਭਾਗ ਵੱਲੋਂ ਪ੍ਰਿੰਸੀਪਲ ਐਪਲੀਕੈਂਟਸ, ਸਪਾਊਸ ਅਤੇ ਡਿਪੈਂਡੈਂਟਸ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਸਾਲ 2023 ਵਾਸਤੇ ਇਹ ਅੰਕੜਾ 82,880, ਸਾਲ 2024 ਵਾਸਤੇ 1,09,020 ਅਤੇ ਸਾਲ 2025 ਵਾਸਤੇ 1,14,000 ਦਾ ਤੈਅ ਕੀਤਾ ਗਿਆ। ਇਸ ਤੋਂ ਇਲਾਵਾ ਪੀਐਨਪੀ ਦੇ ਬਾਰੇ ਜੋ ਜਾਣਕਾਰੀ ਦਿੱਤੀ ਗਈ, ਉਸ ਮੁਤਾਬਕ ਸਾਲ 2023 ਵਿੱਚ 1,05,500, ਸਾਲ 2024 ਦੌਰਾਨ 1,10,000, ਸਾਲ 2025 ਦੌਰਾਨ 1,17,500 ਦਾ ਸਵਾਗਤ ਕੀਤਾ ਜਾਵੇਗਾ। ਉਧਰ ਦੂਜੇ ਪਾਸੇ ਰਿਫਿਊਜੀ ਅਤੇ ਹਿਊਮੈਨਿਟੇਰੀਅਨ ਕਲਾਸ ਦੇ ਟਾਰਗੇਟ ਦੇ ਵਿੱਚ ਪਹਿਲਾਂ ਦੇ ਮੁਕਾਬਲੇ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਸਾਲ 2023 ਵਾਸਤੇ ਇਹ ਅੰਕੜਾ 76,000 ਦਾ, ਸਾਲ 2024 ਦੇ ਵਾਸਤੇ ਵੀ 76,000 ਤੇ 2025 ਦੇ ਵਿੱਚ 72,750 ਦਾ ਤੈਅ ਕੀਤਾ ਗਿਆ ਹੈ। ਫੈਡਰਲ ਸਰਕਾਰ ਵੱਲੋਂ 5 ਲੱਖ ਪ੍ਰਵਾਸੀਆਂ ਨੂੰ ਪੱਕਾ ਕਰਨ ਦਾ ਜੋ ਟਾਰਗੇਟ ਤੈਅ ਕੀਤਾ ਗਿਆ, ਉਸ ਤੋਂ ਬਾਅਦ ਕਿਊਬੈਕ ਸਰਕਾਰ ਬਹੁਤੀ ਖੁਸ਼ ਨਹੀਂ ਦਿਖਾਈ ਦਿੱਤੀ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਜ਼ਿਆਦਾ ਜਿਹੜੇ ਇਮੀਗ੍ਰੈਂਟਸ ਨੇ ਪ੍ਰਵਾਸੀ, ਉਹਨਾਂ ਨੂੰ ਮਨਜ਼ੂਰ ਨਹੀਂ ਕੀਤਾ ਜਾਵੇਗਾ। ਇਸ ਬਾਰੇ ਓਨਟਾਰੀਓ ਦੇ ਪ੍ਰੀਮੀਅਰ ਵੀ ਬੋਲਦੇ ਹੋਏ ਦਿਖਾਈ ਦਿੱਤੇ। ਕੈਨੇਡਾ ਸਰਕਾਰ ਵੱਲੋਂ ਜੋ ਇਮੀਗ੍ਰੇਸ਼ਨ ਲੈਵਲਸ ਪਲਾਨ ਐਲਾਨ ਕੀਤਾ ਗਿਆ, ਉਸ ਤੋਂ ਕਿਊਬੈਕ ਦੀ ਸਰਕਾਰ ਬਹੁਤ ਹੀ ਖੁਸ਼ ਨਹੀਂ ਹੈ। ਕਿਊਬੈਕ ਦੀ ਸਰਕਾਰ ਵੱਲੋਂ ਕਹਿ ਦਿੱਤਾ ਗਿਆ ਹੈ ਕਿ ਉਹਨਾਂ ਵੱਲੋਂ 50,000 ਤੋਂ ਵੱਧ ਇਮੀਗ੍ਰੈਂਟਸ ਨੂੰ ਮਨਜ਼ੂਰ ਨਹੀਂ ਕੀਤਾ ਜਾਵੇਗਾ। ਇੱਥੋਂ ਦੇ ਪ੍ਰੀਮੀਅਰ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਓਟਵਾ ਵੱਲੋਂ ਜੋ ਇਮੀਗ੍ਰੇਸ਼ਨ ਬਾਰੇ ਐਲਾਨ ਕੀਤਾ ਗਿਆ, ਉਸ ਤੋਂ ਬਾਅਦ ਸੂਬਾ 50,000 ਤੋਂ ਵੱਧ ਮਾਈਗ੍ਰੈਂਟਸ ਮਨਜ਼ੂਰ ਨਹੀਂ ਕਰ ਸਕਦਾ। ਇਸ ਬਾਰੇ ਉਹਨਾਂ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਨੂੰ ਇਹ ਗੱਲ ਸਮਝਣ ਦੀ ਜ਼ਰੂਰਤ ਹੈ ਕਿ ਇਸ ਸਮੇਂ ਸੂਬੇ ਨੂੰ ਫ੍ਰੈਂਚ ਭਾਸ਼ਾ ਵਾਸਤੇ ਕਾਫੀ ਜਦੋਜਹਿਦ ਕਰਨੀ ਪੈ ਰਹੀ ਹੈ। ਹੁਣ ਕਿਊਬੈਕ ਦੇ ਪ੍ਰੀਮੀਅਰ ਦਾ ਐਲਾਨ ਉਸ ਵੇਲੇ ਸਾਹਮਣੇ ਆਇਆ ਜਦੋਂ ਇਮੀਗ੍ਰੇਸ਼ਨ ਵਿਭਾਗ ਵੱਲੋਂ ਇਹ ਗੱਲ ਕਹੀ ਗਈ ਕਿ ਸਾਲ 2025 ਦੌਰਾਨ ਉਹਨਾਂ ਵੱਲੋਂ 5 ਲੱਖ ਨਿਊ ਕਮਰਸ ਦਾ ਕੈਨੇਡਾ ਵਿੱਚ ਸਵਾਗਤ ਕੀਤਾ ਜਾਵੇਗਾ। ਪਿਛਲੇ ਸਾਲ ਇਸ ਵਾਸਤੇ 4 ਲੱਖ ਤੋਂ ਵੱਧ ਦਾ ਅੰਕੜਾ ਸਾਂਝਾ ਕੀਤਾ ਗਿਆ। ਇਸ ਬਾਰੇ ਕਿਊਬੈਕ ਦੇ ਪ੍ਰੀਮੀਅਰ ਕਹਿੰਦੇ ਨੇ ਕਿ 4 ਲੱਖ ਇਮੀਗ੍ਰੈਂਟਸ ਦੇ ਸੰਬੰਧੀ ਟਾਰਗੇਟ ਉਹਨਾਂ ਵਾਸਤੇ ਚਿੰਤਾ ਬਣਿਆ ਹੋਇਆ ਹੈ ਤੇ 5 ਲੱਖ ਤਾਂ ਬਹੁਤ ਜ਼ਿਆਦਾ ਹੋ ਜਾਵੇਗਾ। ਦੱਸਣਯੋਗ ਹੈ ਕਿ ਸੂਬੇ ਵੱਲੋਂ 50,000 ਇਮੀਗ੍ਰੈਂਟਸ ਦਾ ਟਾਰਗੇਟ ਤੈਅ ਕੀਤਾ ਗਿਆ ਹੈ, ਪਰ ਜੋ ਹਾਲ ਹੀ ਵਿੱਚ ਚੋਣਾਂ ਤੋਂ ਪਹਿਲਾਂ ਐਲਾਨ ਕੀਤਾ ਗਿਆ, ਉਸ ਵਿੱਚ ਨਿਊ ਕਮਰਸ ਦਾ ਵੱਧ ਤੋਂ ਵੱਧ 80,000 ਦਾ ਟਾਰਗੇਟ ਤੈਅ ਕੀਤਾ ਗਿਆ।
ਹੁਣ ਕਿਊਬਿਕ ਸਰਕਾਰ ਵੱਲੋਂ ਤਾਂ ਆਪਣਾ ਪੱਖ ਸਾਂਝਾ ਕਰ ਦਿੱਤਾ ਗਿਆ ਹੈ। ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੌਰਾਨ ਇਸ ਬਾਰੇ ਕੀ ਫੈਸਲਾ ਸਾਹਮਣੇ ਆਉਂਦਾ ਹੈ। ਘਰਾਂ ਦੀ ਸੇਲ ਬਾਰੇ ਇਸ ਹਫ਼ਤੇ ਖਬਰ ਸਾਹਮਣੇ ਆਈ, ਜਿੱਥੇ ਇੱਕ ਵਾਰ ਫਿਰ ਤੋਂ ਘਰਾਂ ਦੀ ਸੇਲ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ। ਪਿਛਲੇ ਸਾਲ ਦੇ ਮੁਕਾਬਲੇ 46% ਦੀ ਗਿਰਾਵਟ ਦਰਜ ਕੀਤੀ ਗਈ। ਹੁਣ ਬੈਂਕ ਵੱਲੋਂ ਵਿਆਜ ਦਰਾਂ ਦੇ ਵਿੱਚ ਹੁਣ ਤੋਂ ਵਾਅਦਾ ਕੀਤਾ ਗਿਆ ਹੈ। ਦੇਖਣਾ ਹੋਵੇਗਾ ਕਿ ਇਸ ਦਾ ਹਾਊਸਿੰਗ ਮਾਰਕੀਟ ਦੇ ਉੱਪਰ ਕਿੰਨਾ ਅਸਰ ਪੈਂਦਾ ਹੈ। ਘਰਾਂ ਦੀ ਸੇਲ ਇੱਕ ਵਾਰ ਫਿਰ ਤੋਂ ਹੇਠਾਂ ਆਈ ਹੈ। ਪਹਿਲਾਂ ਦੇ ਮੁਕਾਬਲੇ ਇਸ ਵਿੱਚ ਕਾਫੀ ਜ਼ਿਆਦਾ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਜੀ ਹਾਂ, ਘਰਾਂ ਦੀ ਸੇਲ ਬਾਰੇ ਬੋਰਡ ਵੱਲੋਂ ਤਾਜ਼ਾ ਅੰਕੜੇ ਜਾਰੀ ਕੀਤੇ ਗਏ, ਜਿੱਥੇ ਦੱਸਿਆ ਗਿਆ ਕਿ ਪਿਛਲੇ ਸਾਲ ਦੀ ਤੁਲਨਾ ਦੇ ਵਿੱਚ ਵੈਨਕੂਵਰ ਅੰਦਰ 46% ਦੀ ਘਰਾਂ ਦੀ ਸੇਲ ਘੱਟ ਦਰਜ ਕੀਤੀ ਗਈ ਤੇ ਸਤੰਬਰ ਦੇ ਮੁਕਾਬਲੇ ਇਸ ਵਿੱਚ 13% ਦੀ ਗਿਰਾਵਟ ਦੱਸੀ ਜਾ ਰਹੀ ਹੈ। ਇਸ ਬਾਰੇ ਸਾਰੇ ਅੰਕੜੇ ਦਾ ਰੀਅਲ ਏਸਟੇਟ ਬੋਰਡ ਆਫ ਗ੍ਰੇਟਰ ਵੈਨਕੂਵਰ ਵੱਲੋਂ ਸਾਂਝੇ ਕੀਤੇ ਗਏ, ਜਿੱਥੇ ਉਹਨਾਂ ਨੇ ਦੱਸਿਆ ਕਿ ਹੁਣ ਇੱਕ ਵਾਰ ਫਿਰ ਤੋਂ ਹਾਊਸਿੰਗ ਮਾਰਕੀਟ ਠੰਡੀ ਦੇਖਣ ਨੂੰ ਮਿਲੀ ਹੈ। ਪਿਛਲੇ ਮਹੀਨੇ 1903 ਘਰਾਂ ਦੀ ਸੇਲ ਦਰਜ ਕੀਤੀ ਗਈ। ਪਿਛਲੇ ਸਾਲ ਦੇ ਮੁਕਾਬਲੇ ਇਸ ਵਿੱਚ 33% ਦੀ ਗਿਰਾਵਟ ਦੱਸੀ ਜਾ ਰਹੀ ਹੈ। ਪਿਛਲੇ ਮਹੀਨੇ ਵੈਨਕੂਵਰ ਦੇ ਵਿੱਚ 4033 ਨਵੀਆਂ ਲਿਸਟਿੰਗ ਦਰਜ ਕੀਤੀਆਂ ਗਈਆਂ। ਅਕਤੂਬਰ 2021 ਦੀ ਤੁਲਨਾ ਦੇ ਵਿੱਚ ਇਸ ਅੰਦਰ ਸਿਰਫ 4% ਦੀ ਗਿਰਾਵਟ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬੈਂਕ ਵੱਲੋਂ ਜਦੋਂ ਵਿਆਜ ਦਰਾਂ ਦੇ ਵਿੱਚ ਵਾਧੇ ਦਾ ਐਲਾਨ ਕੀਤਾ ਗਿਆ, ਉਸ ਦਾ ਸਿੱਧਾ ਅਸਰ ਹਾਊਸਿੰਗ ਮਾਰਕੀਟ ਦੇ ਉੱਪਰ ਦੇਖਣ ਨੂੰ ਮਿਲਿਆ। ਇੱਕ ਸਮਾਂ ਸੀ ਜਿਸ ਵੇਲੇ ਘਰਾਂ ਦੀ ਸੇਲ ਅਤੇ ਕੀਮਤਾਂ ਦੋਨੋਂ ਹੀ ਕਾਫੀ ਜ਼ਿਆਦਾ ਸਨ, ਪਰ ਵਿਆਜ ਦਰਾਂ ਦੇ ਵਿੱਚ ਹੋਏ ਵਾਧੇ ਤੋਂ ਬਾਅਦ ਘਰਾਂ ਦੀ ਸੇਲ ਅਤੇ ਘਰਾਂ ਦੀਆਂ ਕੀਮਤਾਂ ਲਗਾਤਾਰ ਹੇਠਾਂ ਆ ਰਹੀਆਂ ਨੇ। ਹੁਣ ਜਿਹੜੇ ਵੀ ਅੰਕੜੇ ਸਾਂਝੇ ਕੀਤੇ ਜਾ ਰਹੇ ਨੇ ਉਹ ਇਹੀ ਦੱਸਦੇ ਨੇ ਕਿ ਪਹਿਲਾਂ ਦੇ ਮੁਕਾਬਲੇ ਘਰਾਂ ਦੀ ਸੇਲ ਹੇਠਾਂ ਆਈ ਹੈ। ਕੈਨੇਡਾ ਵਾਸੀ ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਖਾਸ ਮੰਗ ਕਰ ਰਹੇ ਨੇ। ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਇਮੀਗ੍ਰੇਸ਼ਨ ਦੇ ਵਿੱਚ ਵਾਧਾ ਕੀਤਾ ਜਾਣਾ ਚਾਹੀਦਾ ਹੈ। ਹੁਣ ਇਸ ਦੇ ਪਿੱਛੇ ਕੀ ਕਾਰਨ ਹੈ, ਇਹ ਵੀ ਸਾਹਮਣੇ ਆਇਆ। ਦਰਅਸਲ ਆਬਾਦੀ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਜੇਕਰ ਕੈਨੇਡਾ ਦੀ ਆਬਾਦੀ ਵੱਧ ਚਾਹੁੰਦੇ ਹੋ ਤਾਂ ਫਿਰ ਇਮੀਗ੍ਰੇਸ਼ਨ ਵਿੱਚ ਵਾਧਾ ਕੀਤਾ ਜਾਣਾ ਜ਼ਰੂਰੀ ਹੈ। ਕੈਨੇਡਾ ਵਾਸੀ ਇਮੀਗ੍ਰੇਸ਼ਨ ਵਿੱਚ ਵਾਧਾ ਚਾਹੁੰਦੇ ਹਨ। ਜੀ ਹਾਂ, ਕੈਨੇਡਾ ਦੇ ਵਿੱਚ ਵੱਡੀ ਗਿਣਤੀ ਲੋਕ ਅਜਿਹੇ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਨੂੰ ਵਧਾਉਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਕੈਨੇਡਾ ਦੀ ਪੋਪੂਲੇਸ਼ਨ ਦੇ ਉੱਪਰ ਅਸਰ ਪਵੇਗਾ। ਹੁਣ ਇਸ ਬਾਰੇ ਇੱਕ ਤਾਜ਼ਾ ਜੋ ਸਰਵੇ ਕਰਵਾਇਆ ਗਿਆ, ਉਸ ਦੇ ਅੰਕੜੇ ਸਾਹਮਣੇ ਆਏ ਨੇ। ਇਸ ਸਰਵੇ ਦੇ ਵਿੱਚ 2000 ਕੈਨੇਡੀਅਨਸ ਨੂੰ ਸ਼ਾਮਿਲ ਕੀਤਾ ਗਿਆ। ਸਰਵੇ ਇਨਵਾਇਰਨਿਕਸ ਇੰਸਟੀਚਿਊਟ ਵੱਲੋਂ ਕਰਵਾਇਆ ਗਿਆ, ਜਿਸ ਦੇ ਵਿੱਚ ਦੇਖਣ ਨੂੰ ਮਿਲਿਆ ਹੈ ਕਿ ਵੱਧ ਗਿਣਤੀ ਕੈਨੇਡੀਅਨਸ ਚਾਹੁੰਦੇ ਨੇ ਕਿ ਇਮੀਗ੍ਰੇਸ਼ਨ ਦੇ ਵਿੱਚ ਵਾਧਾ ਹੋਵੇ। ਉਹਨਾਂ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਇਸ ਸਮੇਂ ਜ਼ਿਆਦਾ ਇਮੀਗ੍ਰੇਸ਼ਨ ਦੀ ਜ਼ਰੂਰਤ ਹੈ। ਮੌਜੂਦਾ ਸਮੇਂ ਵੈਸੇ ਵੀ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਦਾ ਪੱਧਰ ਰਿਕਾਰਡ ਪੱਧਰ ਦੇ ਉੱਪਰ ਦਰਜ ਕੀਤਾ ਜਾ ਰਿਹਾ ਹੈ। ਤਾਜ਼ਾ ਸਰਵੇ ਦੇ ਮੁਤਾਬਿਕ ਪਤਾ ਚੱਲਿਆ ਕਿ 58% ਦੀ ਰਿਸਪੋਂਡੈਂਟਸ ਦਾ ਇਸ ਗੱਲ ਨੂੰ ਲੈ ਕੇ ਮੰਨਣਾ ਹੈ ਕਿ ਕੈਨੇਡਾ ਦੇ ਵਿੱਚ ਅਜੇ ਇਮੀਗ੍ਰੇਸ਼ਨ ਵਧਾਉਣ ਦੀ ਜ਼ਰੂਰਤ ਹੈ ਤਾਂ ਕਿ ਆਬਾਦੀ ਵਿੱਚ ਵਾਧਾ ਦਰਜ ਕੀਤਾ ਜਾ ਸਕੇ। ਇਸ ਤੋਂ ਪਹਿਲਾਂ ਸਾਲ 2019 ਦੇ ਵਿੱਚ ਅੰਗਸ ਰੇਟ ਇੰਸਟੀਚਿਊਟ ਵੱਲੋਂ ਵੀ ਇਮੀਗ੍ਰੇਸ਼ਨ ਨੂੰ ਲੈ ਕੇ ਇੱਕ ਸਰਵੇ ਕਰਵਾਇਆ ਗਿਆ ਸੀ। ਇਸ ਹਫ਼ਤੇ 2 ਸੂਬਿਆਂ ਤੋਂ ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਚੰਗੀ ਖਬਰ ਸਾਹਮਣੇ ਆਈ। 2 ਸੂਬਿਆਂ ਵੱਲੋਂ ਇਮੀਗ੍ਰੇਸ਼ਨ ਦੇ ਡਰਾਅ ਕੱਢੇ ਗਏ, ਜਿਸ ਵਿੱਚ ਕਈ ਉਮੀਦਵਾਰਾਂ ਦੀ ਕਿਸਮਤ ਜਾਗੀ ਹੈ। 2 ਸੂਬਿਆਂ ਤੋਂ ਇਮੀਗ੍ਰੇਸ਼ਨ ਬਾਰੇ ਇੱਕ ਚੰਗੀ ਖਬਰ ਸਾਹਮਣੇ ਆਈ ਹੈ। ਇਹਨਾਂ 2 ਸੂਬਿਆਂ ਵੱਲੋਂ PNP ਡਰਾਅ ਕੱਢੇ ਗਏ, ਜਿਸ ਵਿੱਚ ਕਈ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਇਹ ਡਰਾਅ ਓਨਟਾਰੀਓ ਤੇ ਪ੍ਰਿੰਸ ਐਡਵਰਡ ਆਈਲੈਂਡ ਵੱਲੋਂ ਐਲਾਨ ਕੀਤੇ ਗਏ ਨੇ। ਇਹਨਾਂ ਡਰਾਅ ਦੇ ਬਾਰੇ ਜੋ ਜਾਣਕਾਰੀ ਸਾਹਮਣੇ ਆਈ ਹੈ, ਉੱਥੇ ਅਕਤੂਬਰ 20 ਤੋਂ 29 ਅਕਤੂਬਰ ਦਰਮਿਆਨ ਕੱਢੇ ਡਰਾਅ ਦੀ ਡਿਟੇਲ ਦਿੱਤੀ ਗਈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਓਨਟਾਰੀਓ ਸੂਬੇ ਦੀ। ਓਨਟਾਰੀਓ ਸੂਬੇ ਵੱਲੋਂ 25 ਅਕਤੂਬਰ ਨੂੰ ਓਨਟਾਰੀਓ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ, ਜਿਸ ਵਿੱਚ 535 ਉਮੀਦਵਾਰਾਂ ਨੂੰ ਇਨਵੀਟੇਸ਼ਨ ਮਿਲੇ। ਇਹ ਉਮੀਦਵਾਰ ਮਾਸਟਰਸ ਗ੍ਰੈਜੂਏਟ ਸਟਰੀਮ ਤੋਂ ਸਨ। ਇਸ ਵਾਸਤੇ ਉਮੀਦਵਾਰਾਂ ਲਈ ਜ਼ਰੂਰੀ ਸੀ ਕਿ ਉਹਨਾਂ ਕੋਲ 35 ਜਾਂ ਫਿਰ ਇਸ ਤੋਂ ਵੱਧ ਸਕੋਰਸ ਹੋਣ। ਇਸ ਤੋਂ ਇਲਾਵਾ ਸੂਬੇ ਵੱਲੋਂ PhD ਗ੍ਰੈਜੂਏਟ ਸਟਰੀਮ ਨਾਲ ਜੁੜੇ ਹੋਏ 106 ਉਮੀਦਵਾਰਾਂ ਨੂੰ ਸੱਦੇ ਦਿੱਤੇ ਤੇ ਉਹਨਾਂ ਨੂੰ ਘੱਟੋ-ਘੱਟ 24 ਪੁਆਇੰਟਸ ਦੀ ਜ਼ਰੂਰਤ ਰਹੀ। ਦੱਸ ਦਈਏ ਕਿ ਇਸ ਕੈਟਾਗਰੀ ਦੇ ਵਿੱਚ 30 ਅਗਸਤ ਤੋਂ ਬਾਅਦ ਕੱਢਿਆ ਇਹ ਪਹਿਲਾ ਡਰਾਅ ਸੀ। ਹੁਣ ਜਿਹੜੇ ਉਮੀਦਵਾਰਾਂ ਨੂੰ ਸੱਦੇ ਹਾਸਿਲ ਹੋਏ ਉਹਨਾਂ ਵਾਸਤੇ ਕੁਝ ਸ਼ਰਤਾਂ ਵੀ ਰੱਖੀਆਂ ਗਈਆਂ। ਇਹ ਸ਼ਰਤਾਂ ਕੁਝ ਇਸ ਤਰ੍ਹਾਂ ਸਨ। ਉਮੀਦਵਾਰਾਂ ਲਈ ਜ਼ਰੂਰੀ ਸੀ ਕਿ ਉਹਨਾਂ ਕੋਲ ਓਨਟਾਰੀਓ ਦੀ ਕਿਸੇ ਯੂਨੀਵਰਸਿਟੀ ਦੀ ਮਾਸਟਰ ਡਿਗਰੀ ਹੋਵੇ। ਉਹਨਾਂ ਵਾਸਤੇ ਲੈਂਗੁਏਜ ਰਿਕੁਆਇਰਮੈਂਟ CLB ਲੈਵਲ 7 ਜਾਂ ਫਿਰ ਇਸ ਤੋਂ ਵੱਧ ਦੀ ਜ਼ਰੂਰਤ ਸੀ।
ਉਮੀਦਵਾਰਾਂ ਲਈ ਇਹ ਲਾਜ਼ਮੀ ਰਿਹਾ ਕਿ ਉਹ ਓਨਟਾਰੀਓ ਵਿੱਚ ਰਹਿੰਦੇ ਹੋਣ। ਦੱਸ ਦਈਏ ਕਿ ਹੁਣ ਤੱਕ ਓਨਟਾਰੀਓ ਸੂਬੇ ਵੱਲੋਂ ਕਈ PNP ਡਰਾਅ ਕੱਢੇ ਗਏ ਨੇ। ਕੁੱਲ ਇਸ ਸਾਲ ਦੌਰਾਨ ਹੁਣ ਤੱਕ 9,750 ਉਮੀਦਵਾਰਾਂ ਨੂੰ ਇਨਵੀਟੇਸ਼ਨ ਇਸ ਸੂਬੇ ਵੱਲੋਂ ਜਾਰੀ ਕੀਤੇ ਜਾ ਚੁੱਕੇ ਹਨ। ਇਸ ਤੋਂ ਬਾਅਦ ਗੱਲ ਕਰਦੇ ਹਾਂ ਪ੍ਰਿੰਸ ਐਡਵਰਡ ਆਈਲੈਂਡ ਦੀ। ਇਸ ਸੂਬੇ ਵੱਲੋਂ 20 ਅਕਤੂਬਰ ਨੂੰ ਪ੍ਰਿੰਸ ਐਡਵਰਡ ਆਈਲੈਂਡ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਲੇਬਰ ਅਤੇ ਐਕਸਪ੍ਰੈਸ ਐਂਟਰੀ ਸਟ੍ਰੀਮਸ ਦੇ ਰਾਹੀਂ 194 ਉਮੀਦਵਾਰਾਂ ਦੀ ਕਿਸਮਤ ਜਾਗੀ ਤੇ ਬਿਜ਼ਨਸ ਦੇ ਨਾਲ ਜੁੜੇ ਹੋਏ 10 ਉਮੀਦਵਾਰ ਦੱਸੇ ਗਏ ਨੇ। ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ 204 ਸੱਦੇ ਵੀ ਉਨ੍ਹਾਂ ਵੱਲੋਂ ਇੱਕ ਕੈਟੇਗਰੀ ਦੇ ਰਾਹੀਂ ਜਾਰੀ ਕੀਤੇ ਗਏ ਤੇ ਘੱਟੋ-ਘੱਟ 72 ਪੁਆਇੰਟਸ ਦੀ ਜ਼ਰੂਰਤ ਰਹੀ। ਬਹੁਤ ਸਾਰੇ ਲੋਕ ਅਮਰੀਕਾ ਛੱਡ ਕੇ ਕੈਨੇਡਾ ਵਿੱਚ ਆ ਰਹੇ ਹਨ। ਇਸ ਬਾਰੇ ਖਬਰ ਸਾਹਮਣੇ ਆਈ ਜਿੱਥੇ ਪਤਾ ਚੱਲਿਆ ਕਿ H-1B ਵੀਜ਼ਾ ਵਾਲੇ ਹੁਣ ਅਮਰੀਕਾ ਨੂੰ ਛੱਡ ਕੇ ਕੈਨੇਡਾ ਦੇ ਵਿੱਚ ਆ ਰਹੇ ਹਨ। ਇੱਕ ਅਧਿਐਨ ਤੋਂ ਇਸ ਬਾਰੇ ਤਾਜ਼ਾ ਅੰਕੜੇ ਸਾਂਝੇ ਕੀਤੇ ਗਏ ਨੇ, ਜਿਸ ਦੇ ਵਿੱਚ ਦੱਸਿਆ ਗਿਆ ਕਿ ਹੁਣ ਅਜਿਹਾ ਕਿਉਂ ਕੀਤਾ ਜਾ ਰਿਹਾ ਹੈ, ਜਿਸ ਕਾਰਨ H-1B ਵੀਜ਼ਾ ਵਾਲੇ ਅਮਰੀਕਾ ਛੱਡ ਕੇ ਕੈਨੇਡਾ ਆਉਣਾ ਚਾਹੁੰਦੇ ਹਨ। ਅਮਰੀਕਾ ਵਿੱਚ H-1B ਵੀਜ਼ਾ ਧਾਰਕ ਹੁਣ ਕੈਨੇਡਾ ਦਾ ਰੁਖ ਕਰ ਰਹੇ ਹਨ। ਜੀ ਹਾਂ, ਇਸ ਬਾਰੇ ਇੱਕ ਤਾਜ਼ਾ ਜਾਣਕਾਰੀ ਸਾਹਮਣੇ ਆਈ ਜਿੱਥੇ ਪਤਾ ਚੱਲਿਆ ਹੈ ਕਿ ਕੁਝ H-1B ਵੀਜ਼ਾ ਧਾਰਕ ਕੈਨੇਡਾ ਜਾ ਰਹੇ ਨੇ। ਨੈਸ਼ਨਲ ਫਾਊਂਡੇਸ਼ਨ ਫਾਰ ਅਮਰੀਕਨ ਪਾਲਿਸੀ ਦੇ ਅਧਿਐਨ ਤੋਂ ਇਸ ਬਾਰੇ ਪਤਾ ਚੱਲਿਆ, ਜਿੱਥੇ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ H-1B ਵੀਜ਼ਾ ਧਾਰਕਾਂ ਨੇ ਹੁਣ ਕੈਨੇਡਾ ਦਾ ਰੁਖ ਕਰਨਾ ਸ਼ੁਰੂ ਕਰ ਦਿੱਤਾ ਹੈ। ਸਾਲ 2016 ਤੋਂ ਸਾਲ 2020 ਅਤੇ 2021 ਦਰਮਿਆਨ ਕੈਨੇਡਾ ਵਿੱਚ ਪੱਕੇ ਵਸਨੀਕ ਬਣਨ ਵਾਲੇ ਭਾਰਤੀਆਂ ਦੀ ਗਿਣਤੀ ਵਿੱਚ 115% ਦਾ ਵਾਧਾ ਦਰਜ ਕੀਤਾ ਗਿਆ। 2015 ਵਿੱਚ ਉਸ ਸਮੇਂ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ H-1B ਵੀਜ਼ਾ ਧਾਰਕਾਂ ਦੇ ਜੀਵਨ ਸਾਥੀ ਨੂੰ H-4 ਵੀਜ਼ਾ ਰਾਹੀਂ ਅਮਰੀਕਾ ਵਿੱਚ ਕੰਮ ਕਰਨ ਦੀ ਇਜਾਜ਼ਤ ਦਿੱਤੀ ਸੀ। H-4 ਵੀਜ਼ਾ ਉਹਨਾਂ ਨਿਰਭਰ ਜੀਵਨ ਸਾਥੀ ਅਤੇ ਬੱਚਿਆਂ ਤੇ ਜਾਰੀ ਕੀਤਾ ਜਾਂਦਾ ਹੈ ਜੋ ਅਮਰੀਕਾ ਵਿੱਚ H-1B, H-2A, H-2B ਅਤੇ H-3 ਵੀਜ਼ਾ ਧਾਰਕਾਂ ਦੇ ਨਾਲ ਜਾਂਦੇ ਨੇ। H-1B ਵੀਜ਼ਾ ਧਾਰਕਾਂ ਦੇ ਜੀਵਨ ਸਾਥੀ ਉੱਚ ਸਿੱਖਿਅਤ ਹੁੰਦੇ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ STEM ਖੇਤਰ ਦੇ ਵਿੱਚ ਜਾਂਦੇ ਨੇ। ਸਾਲ 2015 ਦੇ ਮੱਧ ਤੋਂ ਲਗਭਗ 1,71,000 H-4 ਵੀਜ਼ਾ ਧਾਰਕਾਂ ਨੂੰ ਰੁਜ਼ਗਾਰ ਅਧਿਕਾਰ ਵਾਸਤੇ ਮਨਜ਼ੂਰੀ ਦਿੱਤੀ ਗਈ, ਜਿਨ੍ਹਾਂ ਵਿੱਚੋਂ ਇੱਕ ਮਹੱਤਵਪੂਰਨ ਹਿੱਸਾ ਭਾਰਤ ਤੋਂ ਹੈ। ਵਿੱਤੀ ਸਾਲ 2021 ਦੇ ਵਿੱਚ ਭਾਰਤੀਆਂ ਦੇ ਸਭ ਤੋਂ ਵੱਧ H-1B ਵੀਜ਼ਾ ਹਾਸਲ ਕੀਤੇ, ਭਾਵ ਕਿ ਇਸ ਦਾ ਅੰਕੜਾ 74% ਤੋਂ ਵੱਧ ਦੱਸਿਆ ਗਿਆ ਹੈ। ਕੈਨੇਡਾ ਸਰਕਾਰ ਵੱਲੋਂ ਮਿਨੀ ਬਜਟ ਪੇਸ਼ ਕੀਤਾ ਗਿਆ। ਇਹ ਬਜਟ ਵਿੱਤ ਮੰਤਰੀ ਫ੍ਰੀਲੈਂਡ ਵੱਲੋਂ ਪੇਸ਼ ਕੀਤਾ ਗਿਆ, ਜਿਸ ਦੇ ਵਿੱਚ ਕਾਫੀ ਗੱਲਾਂ ਦਾ ਜ਼ਿਕਰ ਕੀਤਾ। ਖਾਸ ਗੱਲ ਇਹ ਰਹੀ ਕਿ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਰਾਹਤ ਲੋਨ ਦੇ ਨਾਲ ਜੁੜੀ ਹੋਈ ਹੈ। ਇਸ ਮਿਨੀ ਬਜਟ ਦੇ ਵਿੱਚ ਕੀ ਕੁਝ ਖਾਸ ਰਿਹਾ ਤੇ ਕਿਸ ਨੂੰ ਫਾਇਦਾ ਹੋਵੇਗਾ, ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਵਿੱਤ ਮੰਤਰੀ ਫ੍ਰੀਲੈਂਡ ਵੱਲੋਂ ਮਿਨੀ ਬਜਟ ਪੇਸ਼ ਕੀਤਾ ਗਿਆ, ਜਿੱਥੇ ਉਹਨਾਂ ਵੱਲੋਂ ਕਾਫੀ ਖਾਸ ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ। ਡਿਪਟੀ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਫ੍ਰੀਲੈਂਡ ਵੱਲੋਂ ਮਿਨੀ ਬਜਟ ਪੇਸ਼ ਕਰਦਿਆਂ ਘੱਟ ਆਮਦਨ ਵਾਲੇ ਵਿਅਕਤੀਆਂ ਅਤੇ ਵਿਦਿਆਰਥੀਆਂ ਨੂੰ ਸੰਭਵ ਮਦਦ ਦਾ ਭਰੋਸਾ ਦਿੱਤਾ। ਦੱਸੀਏ ਕਿ ਆਉਣ ਵਾਲੇ ਕੁਝ ਮਹੀਨਿਆਂ ਦੌਰਾਨ ਆਰਥਿਕਤਾ ਸਲੋ ਹੋਵੇਗੀ, ਜਿਸ ਨੂੰ ਲੈ ਕੇ ਫੈਡਰਲ ਸਰਕਾਰ ਵੱਲੋਂ $30.6 ਬਿਲੀਅਨ ਦੀ ਰਾਸ਼ੀ ਖਰਚਣ ਦਾ ਐਲਾਨ ਵੀ ਕਰ ਦਿੱਤਾ। ਇਸ ਸਪ੍ਰਿੰਗ ਬਜਟ ਦੌਰਾਨ ਸਾਲ 2022 ਤੋਂ ਸਾਲ 2023 ਵਿੱਤੀ ਸਾਲ ਵਾਸਤੇ $52.8 ਬਿਲੀਅਨ ਦੇ ਘਾਟੇ ਦਾ ਅੰਦਾਜ਼ਾ ਲਗਾਇਆ ਗਿਆ ਸੀ, ਪਰ ਹੁਣ ਉਹਨਾਂ ਵੱਲੋਂ $36.4 ਬਿਲੀਅਨ ਦੇ ਘਾਟੇ ਦੀ ਭਵਿੱਖਬਾਣੀ ਕੀਤੀ ਹੈ। ਫ੍ਰੀਲੈਂਡ ਵੱਲੋਂ ਐਲਾਨ ਕੀਤਾ ਗਿਆ ਕਿ ਸਰਕਾਰ ਮੌਜੂਦਾ ਕੈਨੇਡਾ ਵਰਕਰਸ ਬੈਨੀਫਿਟ ਨੂੰ ਲੈ ਕੇ ਮੁੜ ਤੋਂ ਕੰਮ ਕਰੇਗੀ। ਸਰਕਾਰ ਦਾ ਕਹਿਣਾ ਹੈ ਕਿ ਇਸ ਕੰਮ ਵਾਸਤੇ ਅਗਲੇ 6 ਸਾਲਾਂ ਵਿੱਚ $4 ਬਿਲੀਅਨ ਖਰਚ ਕੀਤੇ ਜਾਣਗੇ, ਜਿਸ ਨਾਲ ਜਿਹੜੇ ਯੋਗ ਵਿਅਕਤੀ ਨੇ ਐਡਵਾਂਸ ਪੇਮੈਂਟ ਹਾਸਲ ਕਰ ਸਕਣਗੇ। ਇਸ ਨਾਲ ਇਕੱਲੇ ਵਿਅਕਤੀ ਨੂੰ $714 ਅਤੇ ਇੱਕ ਪਰਿਵਾਰ ਨੂੰ $1,231 ਦਾ ਲਾਭ ਹੋਵੇਗਾ। ਇਸ ਤੋਂ ਇਲਾਵਾ ਵਿਦਿਆਰਥੀਆਂ ਦੀ ਮਦਦ ਵਾਸਤੇ ਵੀ ਖਾਸ ਐਲਾਨ ਕੀਤਾ ਗਿਆ। ਇਸ ਬਾਰੇ ਫ੍ਰੀਲੈਂਡ ਨੇ ਐਲਾਨ ਕੀਤਾ ਕਿ ਸਰਕਾਰ ਸਾਰੇ ਕੈਨੇਡਾ ਸਟੂਡੈਂਟ ਲੋਨ ਅਤੇ ਕੈਨੇਡਾ ਅਪ੍ਰੈਂਟਿਸ ਲੋਨ ਨੂੰ ਸਥਾਈ ਤੌਰ ਦੇ ਉੱਪਰ ਵਿਆਜ ਮੁਕਤ ਬਣਾਏਗੀ। ਸਰਕਾਰ ਦੇ ਇਸ ਕਦਮ ਦੇ ਨਾਲ ਵਿਦਿਆਰਥੀਆਂ ਦੇ $410 ਪ੍ਰਤੀ ਸਾਲ ਖਰਚਣ ਦੀ ਉਮੀਦ ਹੈ। ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਇਰਾਦੇ ਨਾਲ ਸਰਕਾਰ ਦੀ ਅਗਲੇ 3 ਸਾਲਾਂ ਦੇ ਵਿੱਚ $802.1 ਬਿਲੀਅਨ ਫੰਡਿੰਗ ਦੀ ਯੋਜਨਾ ਹੈ। ਇਸ ਪ੍ਰੋਗਰਾਮ ਤਹਿਤ 70,000 ਨੌਕਰੀਆਂ ਦੇਣ ਦਾ ਟਾਰਗੇਟ ਵੀ ਤੈਅ ਕੀਤਾ ਗਿਆ। ਫੈਡਰਲ ਸਰਕਾਰ ਵੱਲੋਂ ਟੈਕਸ ਫ੍ਰੀ ਫਰਸਟ ਹੋਮ ਸਰਵਿਸਿੰਗ ਅਕਾਊਂਟ ਦੀ ਯੋਜਨਾ ਨੂੰ ਜਲਦ ਲਾਗੂ ਕਰਨ ਦਾ ਵੀ ਵਾਅਦਾ ਕੀਤਾ ਗਿਆ। ਸਰਕਾਰ ਵੱਲੋਂ ਬਜਟ ਦੌਰਾਨ ਵਾਅਦਾ ਕੀਤਾ ਗਿਆ ਸੀ ਕਿ ਅਗਲੇ ਸਾਲ ਤੋਂ ਕੈਨੇਡੀਅਨਜ਼
ਇਨ੍ਹਾਂ ਟੈਕਸ ਫ੍ਰੀ ਫਰਸਟ ਹੋਮ ਖਾਤਿਆਂ ਵਿੱਚ ਸਾਲਾਨਾ $8,000 ਦਾ ਯੋਗਦਾਨ ਪਾ ਸਕਦੇ ਹਨ, ਜਿਸ ਦੇ ਨਾਲ ਉਹ ਟੈਕਸ ਦੀ ਬਚਤ ਕਰਨਗੇ ਤੇ ਆਪਣੇ ਘਰ ਦੇ ਵਿੱਚ ਨਿਵੇਸ਼ ਵਾਸਤੇ ਰਕਮ ਜੋੜੀ ਜਾ ਸਕੇਗੀ। ਸਰਕਾਰ ਨੂੰ ਉਮੀਦ ਹੈ ਕਿ ਯੋਗ ਕੈਨੇਡੀਅਨ ਸਾਲ 2023 ਦੇ ਅੱਧ ਤੱਕ ਅਜਿਹੇ ਖਾਤੇ ਖੋਲ੍ਹ ਲੈਣਗੇ। ਨਸ਼ੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ। 4 ਲੱਖ ਤੋਂ ਵੱਧ ਦਾ ਨਸ਼ਾ ਬਰਾਮਦ ਕੀਤਾ ਗਿਆ। ਇਹ ਨਸ਼ਾ ਵਿਦਿਆਰਥੀਆਂ ਨੂੰ ਵੇਚਿਆ ਜਾਣਾ ਸੀ, ਜਿਸ ਖਿਲਾਫ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ। ਵਿਦਿਆਰਥੀਆਂ ਨੂੰ ਨਸ਼ਾ ਵੇਚਿਆ ਜਾ ਰਿਹਾ ਸੀ, ਜਿਸ ਖਿਲਾਫ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਕਿੰਗਸਟਨ ਪੁਲਿਸ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੇ $4,48,000 ਦਾ ਨਸ਼ਾ ਬਰਾਮਦ ਕੀਤਾ। ਇਸ ਤੋਂ ਇਲਾਵਾ ਆਫੀਸਰਸ ਦਾ ਕਹਿਣਾ ਹੈ ਕਿ ਉਹਨਾਂ ਨੇ 2 ਵਿਅਕਤੀਆਂ ਖਿਲਾਫ ਵਾਰੰਟ ਜਾਰੀ ਕਰ ਦਿੱਤੇ ਨੇ, ਜੋ ਕਿ ਨਸ਼ੇ ਦੇ ਇਸ ਮਾਮਲੇ ਦੇ ਨਾਲ ਜੁੜੇ ਹੋਏ ਹਨ। ਆਫੀਸਰਸ ਵੱਲੋਂ ਇਸ ਮਾਮਲੇ ਬਾਰੇ ਡਿਟੇਲ ਜਨਤਕ ਕੀਤੀ ਗਈ, ਜਿੱਥੇ ਦੱਸਿਆ ਗਿਆ ਕਿ ਉਹਨਾਂ ਵੱਲੋਂ ਕਿਹੜਾ ਨਸ਼ਾ ਬਰਾਮਦ ਕੀਤਾ ਗਿਆ। ਕੁੱਲ $4,48,000 ਦਾ ਨਸ਼ਾ ਪੁਲਿਸ ਨੇ ਬਰਾਮਦ ਕੀਤਾ ਹੈ, ਜਿਸ ਵਿੱਚ 1.2 ਕਿਲੋਗ੍ਰਾਮ ਕੋਕੇਨ, 762 ਗ੍ਰਾਮ ਕ੍ਰਿਸਟਲ ਮੈਥਾਮਫੈਟਾਮਾਈਨ, 342 ਗ੍ਰਾਮ MDMA ਪਾਊਡਰ, 900 ਪਿਲਜ਼, 1,692 LSD ਟੈਬਸ, 775 ਆਕਸੀਕੋਡੋਨ ਪਿਲਜ਼, 3 ਬੋਤਲਾਂ ਖੰਘ ਦੀ ਦਵਾਈ, 8,000 ਗ੍ਰਾਮ ਤੋਂ ਵੱਧ ਸਾਈਕਲੋਬਿਨ, 12,000 ਗ੍ਰਾਮ ਤੋਂ ਵੱਧ ਸੁੱਕੀ ਭੰਗ, 770 ਛੋਟੇ ਪੈਕੇਟ ਪੌਡ ਐਡੀਬਲਸ ਦੇ, 48 ਵੱਡੇ ਪੈਕੇਟ ਭੰਗ ਦੇ, 50 ਵੀਡ ਵੇਪ ਪੈਨਜ਼, 1,250 ਸ਼ੱਕੀ ਗੋਲੀਆਂ ਉਨ੍ਹਾਂ ਵੱਲੋਂ ਬਰਾਮਦ ਕੀਤੀਆਂ ਗਈਆਂ। ਇਸ ਤੋਂ ਇਲਾਵਾ $14,450 ਦੀ ਨਕਦੀ ਵੀ ਪੁਲਿਸ ਦੇ ਹੱਥ ਲੱਗੀ ਹੈ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਬਾਰੇ ਅਜੇ ਬਹੁਤੀ ਡਿਟੇਲ ਜਨਤਕ ਨਹੀਂ ਕੀਤੀ ਗਈ। ਉਹਨਾਂ ਵੱਲੋਂ ਇਸ ਸੰਬੰਧ ਦੇ ਵਿੱਚ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਅਗਲੀ ਅਪਡੇਟ ਜਾਰੀ ਕੀਤੀ ਜਾਵੇਗੀ। ਬੈਂਕ ਵੱਲੋਂ ਇੱਕ ਵਾਰ ਫਿਰ ਤੋਂ ਵਿਆਜ ਦਰਾਂ ਦੇ ਵਿੱਚ ਵਾਧਾ ਕੀਤਾ ਗਿਆ। 50 ਪੁਆਇੰਟਸ ਦਾ ਜੋ ਵਾਧਾ ਕੀਤਾ ਗਿਆ, ਉਸ ਤੋਂ ਬਾਅਦ ਵਿਆਜ ਦਰਾਂ 3.75% ਦੇ ਉੱਪਰ ਪਹੁੰਚ ਗਈਆਂ ਨੇ। ਇਸ ਤੋਂ ਇਲਾਵਾ ਬੈਂਕ ਨੇ ਸੰਕੇਤ ਦਿੱਤੇ ਕਿ ਇੱਕ ਵਾਰ ਫਿਰ ਤੋਂ ਵਿਆਜ ਦਰਾਂ ਵਧਾਈਆਂ ਜਾ ਸਕਦੀਆਂ ਨੇ। ਵਿਆਜ ਦਰਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਵਾਧਾ ਹੋ ਸਕਦਾ ਹੈ। ਬੈਂਕ ਆਫ ਕੈਨੇਡਾ ਵੱਲੋਂ ਇਸ ਬਾਰੇ ਸੰਕੇਤ ਦੇ ਦਿੱਤੇ ਗਏ ਨੇ। ਜੀ ਹਾਂ, ਪਿਛਲੇ ਹਫ਼ਤੇ ਹੀ ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਦੇ ਵਿੱਚ ਵਾਧਾ ਕਰਦਿਆਂ ਵਿਆਜ ਦਰਾਂ ਵਧਾ ਕੇ 3.75% ਕਰ ਦਿੱਤੀਆਂ। ਤੇ ਇੱਕ ਵਾਰ ਫਿਰ ਤੋਂ ਬੈਂਕ ਆਫ ਕੈਨੇਡਾ ਨੇ ਸੰਕੇਤ ਦੇ ਦਿੱਤੇ ਹਨ ਕਿ ਇਹਨਾਂ ਵਿਆਜ ਦਰਾਂ ਦੇ ਵਿੱਚ ਫਿਰ ਤੋਂ ਵਾਧਾ ਕੀਤਾ ਜਾ ਸਕਦਾ ਹੈ। ਇਸ ਸਭ ਬਾਰੇ ਬੈਂਕ ਆਫ ਕੈਨੇਡਾ ਦੇ ਗਵਰਨਰ ਵੱਲੋਂ ਜਾਣਕਾਰੀ ਦਿੱਤੀ ਗਈ, ਜਿੱਥੇ ਦੱਸਿਆ ਗਿਆ ਕਿ ਦੇਸ਼ ਦੇ ਵਿੱਚ ਇਸ ਸਮੇਂ ਜੋ ਮਹਿੰਗਾਈ ਦਾ ਹਾਲ ਹੈ, ਉਸ ਦੇ ਉੱਪਰ ਠੱਲ ਪਾਉਣ ਦੇ ਲਈ ਵਿਆਜ ਦਰਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਵਾਧਾ ਕੀਤਾ ਜਾ ਸਕਦਾ ਹੈ। ਇਸ ਬਾਰੇ ਉਹਨਾਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਤੇ ਨਾਲ ਹੀ ਆਪਣਾ ਪੱਖ ਰੱਖਿਆ। ਉਹਨਾਂ ਦਾ ਕਹਿਣਾ ਹੈ ਕਿ ਚਾਹੇ ਕੇਂਦਰੀ ਬੈਂਕ ਨੂੰ ਵਿਆਜ ਦਰਾਂ ਦੇ ਵਾਧੇ ਕਰਕੇ ਮਹਿੰਗਾਈ ਦੀ ਰਫ਼ਤਾਰ ਘਟਣ ਦੇ ਸੰਕੇਤ ਮਿਲ ਰਹੇ ਹਨ, ਪਰ ਮੰਗ ਅਤੇ ਪੂਰਤੀ ਦਾ ਪਾੜਾ ਅਜੇ ਵੀ ਬਰਕਰਾਰ ਹੈ। ਦੱਸਣਯੋਗ ਹੈ ਕਿ ਬੈਂਕ ਆਫ ਕੈਨੇਡਾ ਵੱਲੋਂ ਪਿਛਲੇ ਹਫ਼ਤੇ ਵਿਆਜ ਦਰਾਂ ਵਿੱਚ 50% ਅੰਕਾਂ ਦਾ ਵਾਧਾ ਕੀਤਾ ਗਿਆ, ਜੋ ਕਿ ਅਨੁਮਾਨ ਨਾਲੋਂ ਛੋਟਾ ਵਾਧਾ ਸੀ, ਜਿਸ ਦਾ ਮਤਲਬ ਹੈ ਕਿ ਹੁਣ ਕੇਂਦਰੀ ਬੈਂਕ ਦੀ ਮੌਜੂਦਾ ਦਰ ਵੱਧ ਕੇ 3.75% ਹੋ ਚੁੱਕੀ ਹੈ। ਬੈਂਕ ਨੇ ਆਉਂਦੀਆਂ 3 ਤਿਮਾਹੀਆਂ ਵਿੱਚ ਆਰਥਿਕਤਾ ਅੰਦਰ ਜੋ ਖੜੋਤ ਆਈ ਹੈ, ਉਸ ਦੀ ਪੇਸ਼ਨਗੋਈ ਕੀਤੀ। ਇਸ ਤੋਂ ਇਲਾਵਾ ਜੂਨ ਦੇ ਵਿੱਚ 8.1% ਦੇ ਰਿਕਾਰਡ ਪੱਧਰ ਦੇ ਉੱਪਰ ਜੋ ਮਹਿੰਗਾਈ ਪਹੁੰਚੀ, ਉਸ ਤੋਂ ਬਾਅਦ ਹੁਣ ਮੌਜੂਦਾ ਮਹਿੰਗਾਈ ਦਰ ਘਟ ਕੇ 6.9% ਤੇ ਆ ਗਈ ਹੈ। ਇਸ ਤੋਂ ਇਲਾਵਾ ਬੈਂਕ ਆਫ ਕੈਨੇਡਾ ਵੱਲੋਂ ਫਿਰ ਵੀ ਇਸ ਬਾਰੇ ਵਿਚਾਰ ਸਾਂਝੇ ਕੀਤੇ ਜਾ ਰਹੇ ਨੇ। ਬੈਂਕ ਵੱਲੋਂ ਦੱਸਿਆ ਜਾ ਰਿਹਾ ਕਿ ਮਹਿੰਗਾਈ ਅਜੇ ਵੀ ਲਗਾਤਾਰ ਵਧ ਰਹੀ ਹੈ, ਜਿਸ ਦੇ ਉੱਪਰ ਠੱਲ ਪਾਉਣੀ ਕਾਫੀ ਜ਼ਿਆਦਾ ਜ਼ਰੂਰੀ ਹੈ। ਜਦੋਂ ਪਿਛਲੀ ਵਾਰ ਬੈਂਕ ਵੱਲੋਂ ਵਿਆਜ ਦਰਾਂ ਦੇ ਵਿੱਚ ਵਾਧਾ ਕੀਤਾ ਗਿਆ ਤਾਂ ਉਹਨਾਂ ਨੂੰ ਇਸ ਕਾਰਨ ਆਲੋਚਨਾ ਦਾ ਵੀ ਸਾਹਮਣਾ ਕਰਨਾ ਪਿਆ ਸੀ, ਪਰ ਇਸ ਦੇ ਬਾਵਜੂਦ ਬੈਂਕ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ, ਜਿੱਥੇ ਉਹਨਾਂ ਨੇ ਬੈਂਕ ਦੀ ਇੰਡੀਪੈਂਡੈਂਸ ਦੇ ਬਾਰੇ ਗੱਲ ਕਰਦਿਆਂ ਕਿਹਾ ਕਿ ਉਹਨਾਂ ਨੂੰ ਇਸ ਨੂੰ ਲੈ ਕੇ ਕੋਈ ਵੀ ਖਦਸ਼ਾ ਨਹੀਂ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਈਰਾਨ ਦੀਆਂ ਔਰਤਾਂ ਦੇ ਹੱਕ ਦੇ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ ਗਏ। ਉਹਨਾਂ ਵੱਲੋਂ ਈਰਾਨ ਦੀਆਂ ਔਰਤਾਂ ਦਾ ਸਾਥ ਦਿੱਤਾ ਗਿਆ, ਜਿਸ ਦੀ ਵੀਡੀਓ ਉਹਨਾਂ ਨੇ ਖੁਦ ਦੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਸਾਂਝੀ ਕੀਤੀ। ਕੈਨੇਡਾ ਤੋਂ ਨੌਕਰੀਆਂ ਬਾਰੇ ਵੱਡੀ ਖਬਰ ਸਾਹਮਣੇ ਆਈ, ਜਿੱਥੇ ਆਰਥਿਕਤਾ ਦੇ ਵਿੱਚ ਕਈ ਨਵੀਆਂ ਨੌਕਰੀਆਂ ਸ਼ਾਮਿਲ ਹੋਈਆਂ ਨੇ। ਅਕਤੂਬਰ ਬਾਰੇ ਸਟੈਟਿਸਟਿਕਸ ਕੈਨੇਡਾ ਵੱਲੋਂ ਕੁਝ ਅੰਕੜੇ ਜਾਰੀ ਕੀਤੇ ਗਏ, ਜਿੱਥੇ ਦੱਸਿਆ ਗਿਆ ਕਿ ਆਰਥਿਕਤਾ ਦੇ ਵਿੱਚ 1 ਲੱਖ ਤੋਂ ਵੱਧ ਨਵੀਆਂ ਨੌਕਰੀਆਂ ਸ਼ਾਮਿਲ ਹੋਈਆਂ, ਪਰ ਬੇਰੁਜ਼ਗਾਰੀ ਦਰ ਪਹਿਲਾਂ ਦੇ ਮੁਕਾਬਲੇ ਹੀ ਦੇਖਣ ਨੂੰ ਮਿਲੀ। ਇਸ ਵਿੱਚ ਕੋਈ ਵੀ ਗਿਰਾਵਟ ਜਾਂ ਫਿਰ ਵਾਧਾ ਦਰਜ ਨਹੀਂ ਕੀਤਾ ਗਿਆ। ਕੈਨੇਡਾ ਤੋਂ ਨੌਕਰੀਆਂ ਬਾਰੇ ਤਾਜ਼ਾ ਖਬਰ ਸਾਹਮਣੇ ਆਈ, ਜਿੱਥੇ ਦੱਸਿਆ ਗਿਆ ਕਿ 1 ਮਹੀਨੇ ਦੇ ਵਿੱਚ ਕਿੰਨੀਆਂ ਨਵੀਆਂ ਨੌਕਰੀਆਂ ਆਰਥਿਕਤਾ ਅੰਦਰ ਸ਼ਾਮਿਲ ਹੋਈਆਂ ਨੇ।
ਅਕਤੂਬਰ ਮਹੀਨੇ ਬਾਰੇ ਸਟੈਟਿਸਟਿਕਸ ਕੈਨੇਡਾ ਵੱਲੋਂ ਅੰਕੜੇ ਪੇਸ਼ ਕਰਦਿਆਂ ਦੱਸਿਆ ਗਿਆ ਕਿ ਆਰਥਿਕਤਾ ਦੇ ਵਿੱਚ 1,08,000 ਨਵੀਆਂ ਨੌਕਰੀਆਂ ਸ਼ਾਮਿਲ ਹੋਈਆਂ। ਇਸ ਤੋਂ ਇਲਾਵਾ ਬੇਰੁਜ਼ਗਾਰੀ ਦਰ 5.2% ਦੇ ਉੱਪਰ ਹੀ ਦਰਜ ਕੀਤੀ ਗਈ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਜੋ ਅੰਕੜੇ ਜਾਰੀ ਕੀਤੇ ਗਏ ਉਸ ਮੁਤਾਬਕ ਸਰਵਿਸਿਜ਼ ਸੈਕਟਰ ਇਨ੍ਹਾਂ ਥਾਵਾਂ ਵਿੱਚ ਵੱਧ ਨੌਕਰੀਆਂ ਪੈਦਾ ਹੋਈਆਂ ਨੇ। ਹੋਟਲ, ਰਿਹਾਇਸ਼ੀ ਅਤੇ ਫੂਡ ਸਰਵਿਸਿਜ਼ ਉਦਯੋਗ ਸਭ ਤੋਂ ਮੋਹਰੀ ਰਹੇ, ਜਦਕਿ ਰੀਟੇਲ, ਕੁਦਰਤੀ ਸਰੋਤ ਸੈਕਟਰ ਦੇ ਵਿੱਚ ਧੀਮਾਪਣ ਦੇਖਣ ਨੂੰ ਮਿਲਿਆ। ਅਕਤੂਬਰ ਦੇ ਅੰਕੜਿਆਂ ਨੇ ਮਈ ਅਤੇ ਸਤੰਬਰ ਮਹੀਨੇ ਦੌਰਾਨ ਖਤਮ ਹੋਣ ਵਾਲੀਆਂ ਨੌਕਰੀਆਂ ਦੀ ਭਰਪਾਈ ਕਰ ਦਿੱਤੀ ਹੈ। ਮਾਰਚ ਤੋਂ ਬਾਅਦ ਪਹਿਲੀ ਵਾਰ ਪ੍ਰਾਈਵੇਟ ਸੈਕਟਰ ਵਿੱਚ ਵੀ ਨਵੀਆਂ ਨੌਕਰੀਆਂ ਦਰਜ ਕੀਤੀਆਂ ਗਈਆਂ ਨੇ। ਅਕਤੂਬਰ ਮਹੀਨੇ ਦੌਰਾਨ ਔਸਤ ਵੇਜ ਰੇਟ ਵਿੱਚ ਵੀ ਵਾਧਾ ਦਰਜ ਕੀਤਾ ਗਿਆ। ਇਸ ਮਹੀਨੇ ਔਸਤ ਪ੍ਰਤੀ ਘੰਟਾ ਆਮਦਨ $21.94 ਦਰਜ ਕੀਤੀ ਗਈ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 5.6% ਦਾ ਵਾਧਾ ਹੈ। $40 ਪ੍ਰਤੀ ਘੰਟਾ ਕਮਾਉਣ ਵਾਲੇ ਲੋਕਾਂ ਵਿੱਚੋਂ 2/3 ਦੀ ਤਨਖਾਹ ਪਿਛਲੇ 1 ਸਾਲ ਦੌਰਾਨ ਵੱਧ ਦਰਜ ਕੀਤੀ ਗਈ। ਇਸ ਦੇ ਮੁਕਾਬਲੇ $20 ਤੋਂ ਘੱਟ ਕਮਾਉਣ ਵਾਲਿਆਂ ਵਿੱਚੋਂ ਅੱਧਿਆਂ ਦੀ ਤਨਖਾਹ ਵਿੱਚ ਪਹਿਲੇ 1 ਸਾਲ ਦੌਰਾਨ ਵਾਧਾ ਹੋਇਆ ਹੈ। ਚਾਹੇ ਤਨਖਾਹ ਦੇ ਵਿੱਚ ਵਾਧੇ ਵਰਕਰਾਂ ਵਾਸਤੇ ਚੰਗੀ ਖਬਰ ਹਨ, ਪਰ ਮਹਿੰਗਾਈ ਦੇ ਨਾਲ ਨਜਿੱਠਣ ਵਾਸਤੇ ਬੈਂਕ ਆਫ ਕੈਨੇਡਾ ਲਈ ਇਹ ਦੋ ਧਾਰੀ ਤਲਵਾਰ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਬੈਂਕ ਆਫ ਕੈਨੇਡਾ ਵੱਲੋਂ ਪਿਛਲੇ ਦਿਨੀ ਵਿਆਜ ਦਰਾਂ ਦੇ ਵਿੱਚ ਵਾਧਾ ਕੀਤਾ ਗਿਆ ਤੇ ਨਾਲ ਹੀ ਉਹਨਾਂ ਨੇ ਸੰਕੇਤ ਦੇ ਦਿੱਤੇ ਨੇ ਕਿ ਇੱਕ ਵਾਰ ਫਿਰ ਤੋਂ ਵਾਧਾ ਦਰਜ ਕੀਤਾ ਜਾਵੇਗਾ। ਬੈਂਕ ਵੱਲੋਂ ਇਸ ਦੇ ਪਿੱਛੇ ਮਹਿੰਗਾਈ ਨੂੰ ਵੱਡਾ ਕਾਰਨ ਦੱਸਿਆ ਜਾ ਰਿਹਾ ਹੈ। ਬੈਂਕ ਦਾ ਕਹਿਣਾ ਹੈ ਕਿ ਜੋ ਲਗਾਤਾਰ ਵਧ ਰਹੀ ਮਹਿੰਗਾਈ ਹੈ ਉਸ ਦੇ ਉੱਪਰ ਕਾਬੂ ਪਾਉਣ ਵਾਸਤੇ ਉਹਨਾਂ ਵੱਲੋਂ ਇੰਟਰਸਟ ਰੇਟ ਦੇ ਵਿੱਚ ਵਾਧਾ ਕੀਤਾ ਗਿਆ। ਮਾਰਚ ਮਹੀਨੇ ਤੋਂ ਬਾਅਦ ਕਈ ਵਾਰ ਵਿਆਜ ਦਰਾਂ ਵਧਾਈਆਂ ਗਈਆਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅੱਜ ਇੱਕ ਵੱਡਾ ਬਿਆਨ ਜਾਰੀ ਕੀਤਾ ਗਿਆ। ਉਹਨਾਂ ਨੇ ਕਹਿ ਦਿੱਤਾ ਹੈ ਕਿ ਈਰਾਨ ਦੀਆਂ ਔਰਤਾਂ ਦੇ ਨਾਲ ਅਸੀਂ ਖੜੇ ਹਾਂ ਤੇ ਈਰਾਨ ਦੀਆਂ ਇਨ੍ਹਾਂ ਔਰਤਾਂ ਵਾਸਤੇ ਸਾਡੇ ਵੱਲੋਂ ਲਗਾਤਾਰ ਲੋੜੀਂਦਾ ਕਦਮ ਚੁੱਕੇ ਜਾਣਗੇ। ਪ੍ਰਧਾਨ ਮੰਤਰੀ ਨੇ ਇਸ ਮੌਕੇ ਸੋਸ਼ਲ ਮੀਡੀਆ ਉੱਪਰ ਵੀ ਇਸ ਦੀ ਇੱਕ ਵੀਡੀਓ ਜਾਰੀ ਕੀਤੀ ਹੈ, ਜਿੱਥੇ ਕੀ ਕਹਿਣਾ ਹੈ ਪ੍ਰਧਾਨ ਮੰਤਰੀ ਟਰੂਡੋ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। En ces moments, ces semaines d'action et de rassemblement, à des moments où nous pleurons tous la perte de Mahsa Amini il y a 40 jours, et de trop de jeunes filles et de jeunes femmes et de grand-mères depuis, we cry not only for Mahsa Amini and all she represented as a potential and as a future. We cry for every young woman, mother and grandmother who has stepped forward to stand with Mahsa and been cut down by this regime. We stand as Canadians, we stand as citizens of the world to say enough is enough. This has to stop. And we know that the Iranian regime is desperate for all of us to move on, to forget about this, to shrug and say, oh, again, but Iran is always complicated, and go on to the rest of our lives. Well, we are here today like we have been out as Canadians every weekend for the past many days, and we will say today and next week and the week after that and the months after that that we are not stopping, that we will not be quiet. And the women in Iran, the daughters and the grandmothers and the allies and the people who are stepping forward to stand with them, they are not forgotten. Their voices are being heard, and we will amplify those voices, and we will echo those voices back to them, and we will continue to do everything we can. ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਕੈਨੇਡਾ ਨੇ 5 ਲੱਖ ਇਮੀਗ੍ਰੈਂਟਸ ਵਾਸਤੇ ਖੋਲ੍ਹੇ ਰਾਹ। ਇਮੀਗ੍ਰੇਸ਼ਨ ਬਾਰੇ ਹੁਣ ਤੱਕ ਦਾ ਵੱਡਾ ਐਲਾਨ। ਇਮੀਗ੍ਰੇਸ਼ਨ ਦੇ ਐਲਾਨ ਤੋਂ ਕੌਣ ਨਾਖੁਸ਼, ਕਿਊਬਕ ਨੇ ਕੀਤੇ ਹੱਥ ਖੜੇ। ਘਰਾਂ ਦੀ ਸੇਲ ਫਿਰ ਹੋਈ ਘੱਟ, 46% ਦੀ ਆਈ ਕਮੀ। ਕੈਨੇਡਾ ਵਾਲੇ ਮੰਗ ਰਹੇ ਇਮੀਗ੍ਰੇਸ਼ਨ ਵਿੱਚ ਵਾਧਾ, ਇਸ ਤਰ੍ਹਾਂ ਵੱਧ ਹੋਵੇਗੀ ਆਬਾਦੀ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।